ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਅਜੀਤ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ। ਵਿਧਾਨ ਸਭਾ ਸੈਸ਼ਨ 'ਚ ਅੱਜ ਬਜਟ ਤੇ ਹੰਗਾਮਾ। ਹੋਲਾ ਮਹੱਲਾ ਮੇਲੇ ਵਿੱਚ ਮਾਰੇ ਗਏ ਨੌਜਵਾਨ ਦਾ ਜੱਦੀ ਪਿੰਡ 'ਚ ਅੰਤਿਮ ਸੰਸਕਾਰ। ਮਨੀਸ਼ਾ ਗੁਲਾਟੀ ਦੀ ਮਹਿਲਾ ਕਮਿਸ਼ਨ ਚੇਅਰਪਰਸਨ ਅਹੁਦੇ ਤੋਂ ਛੁੱਟੀ। ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੱਲਾ ਬੋਲ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ 100 ਮੀਟਰ ਤੱਕ ਭਜਾਇਆ। ਨਗਰ ਨਿਗਮ ਲੁਧਿਆਣਾ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਘਰੇਲੂ ਉਤਪਾਦਾਂ ਨੂੰ ਕੀਤਾ ਗਿਆ ਪ੍ਰਦਰਸ਼ਿਤ। ਹੁਣ ਖਬਰਾਂ ਵਿਸਥਾਰ ਤੇ ਕੁਝ ਹੋਰ ਅਹਿਮ ਖਬਰਾਂ। ਵਿਧਾਨ ਸਭਾ ਸੈਸ਼ਨ ਦਾ ਅੱਜ 6ਵਾਂ ਦਿਨ ਸੀ, ਜਿਸ 'ਚ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਕਾਫੀ ਹੰਗਾਮਾ ਹੋਇਆ। ਦੱਸ ਦਈਏ ਕਿ ਬੀਤੇ ਦਿਨ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ ਸੀ। ਇਸ ਬਜਟ ਤੇ ਅੱਜ ਲੰਬੀ ਚਰਚਾ ਕੀਤੀ ਗਈ। ਉੱਥੇ ਹੀ ਵਿਰੋਧੀਆਂ ਵੱਲੋਂ ਪੰਜਾਬ ਬਜਟ ਤੇ ਹੰਗਾਮਾ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਜਟ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਗਿਆ। ਉਹਨਾਂ ਕਿਹਾ ਹੈ ਕਿ ਬਜਟ 'ਚ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਵੱਲੋਂ ਪੇਸ਼ ਕੀਤੇ ਪਹਿਲੇ ਬਜਟ ਨੂੰ ਲੋਕ ਮਾਰੂ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਆਪ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ। ਉੱਥੇ ਹੀ ਸੁਖਪਾਲ ਸਿੰਘ ਖਹਿਰਾ ਤੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਰਕਾਰ ਤੇ ਤੰਜ ਕੱਸੇ। ਦੇਖੋ, ਬਜਟ ਦੇ ਵਿੱਚ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਕੰਪਲੀਟ ਮੁੰਗੇਰੀ ਲਾਲ ਦੇ ਰੰਗੀਨ ਸੁਪਨੇ ਇਹਨਾਂ ਦਾ ਆਪ ਦਾ ਸੁਪਰੀਮੋ ਵਿਖਾਉਂਦਾ ਰਿਹਾ। ਅਰਵਿੰਦ ਕੇਜਰੀਵਾਲ ਨੂੰ ਮੈਂ ਹੋਲੀ ਸੋਲੀ ਰਿਸਪੌਂਸਿਬਲ ਸਮਝਾਂਗਾ ਜਿਹੜਾ ਪੰਜਾਬ ਨਾਲ ਧੋਖਾ ਹੋ ਰਿਹਾ। ਸਾਰਿਆਂ ਨੂੰ ਪਹਿਲੇ ਮੈਂ ਸਟਾਰਟ ਕਰਨਾ ਚਾਹੁੰਦਾ, ਮੇਰੇ ਕੋਲ ਇਸ ਟਾਈਮ ਵੀਡੀਓ ਹੈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਸੀ ਕਿ ਪੰਜਾਬ ਦਾ ਟੋਟਲ ਬਜਟ 1,70,000 ਕਰੋੜ ਦਾ, ਤੇ ਜੇ ਪੰਜਾਬ ਦੇ ਵਿੱਚ ਵੱਖ-ਵੱਖ ਆ ਜਿਹੜੇ ਕੰਮ ਅਸੀਂ ਦੇਈਦੇ ਨੇ ਜਿਹਦੇ ਵਿੱਚੋਂ 25% ਵੀ ਰਿਸ਼ਵਤ ਕੱਢ ਲਓ ਤੇ ਉਸ ਟਾਈਮ ਕਹਿੰਦੇ ਸੀ 40,000 ਕਰੋੜ ਰੁਪਈਆ ਬਣਦਾ। ਇਹ ਹੁਣ ਬਜਟ ਇਹਨਾਂ ਦਾ ਹੋ ਗਿਆ 2 ਲੱਖ ਕਰੋੜ। ਸਾਰਿਆਂ ਨੂੰ ਪਹਿਲੇ ਤਾਂ ਮੈਂ ਪੁੱਛਣਾ ਚਾਹੁੰਦਾ, ਜੇ 25% ਦੇ ਹਿਸਾਬ ਨਾਲ ਚੱਲੋ ਤੇ 50,000 ਕਰੋੜ ਤੇ ਉਹੀ ਨਿਕਲਣਾ ਚਾਹੀਦਾ ਬਾਹਰ। ਉਹ ਕਿਉਂ ਇਹਦੇ ਵਿੱਚ ਇਹਨਾਂ ਦੇ ਬਜਟ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਗੱਲ ਸੀ ਉਹ ਕਿਉਂ ਵਿਖ ਨਹੀਂ ਰਹੀ। ਨੰਬਰ 2, 20,000 ਕਰੋੜ ਰੁਪਈਆ ਇਹਨਾਂ ਨੇ ਰੇਤ ਦਾ ਕਿਹਾ ਸੀ। ਰੇਤ ਦੇ ਵਿੱਚ 135 ਕਰੋੜ ਰੁਪਈਆ ਆਇਆ। ਇਹ ਵੱਡਾ ਪ੍ਰਸ਼ਨ ਚਿੰਨ੍ਹ ਹਰ ਪੰਜਾਬੀ ਦਾ, ਸਾਡਾ ਇਹ ਕਹਿਣਾ ਹੈ, ਹਰ ਪੰਜਾਬੀ ਦਾ ਕਹਿਣਾ ਹੈ ਕਿ ਵੱਡੇ ਪੈਮਾਨੇ ਤੇ 1 ਸਾਲ ਲਗਾਤਾਰ ਲੋਕਾਂ ਨੂੰ ਇਹਨਾਂ ਬੇਵਕੂਫ ਬਣਾਇਆ। ਇਲੀਗਲ ਮਾਈਨਿੰਗ ਹੋਈ ਹੈ, ਆਪ ਦੀ ਲੀਡਰਸ਼ਿਪ ਨੇ ਮਾਈਨਿੰਗ ਕਰਾਈ ਹੈ, ਮੁੱਖ ਮੰਤਰੀ ਦੀ ਦੇਖ ਰੇਖ ਵਿੱਚ ਇਹ ਸਾਰਾ ਕੰਮ ਹੋਇਆ। 19,865 ਕਰੋੜ ਰੁਪਏ ਦਾ ਚੂਨਾ ਪੰਜਾਬ ਦੇ ਬਜਟ ਵਿੱਚ ਲੱਗਾ। 19,865 ਕਰੋੜ ਰੁਪਏ। ਸੋ ਸਿੱਧੇ ਤੌਰ ਇਹ ਇਨਵੈਸਟੀਗੇਸ਼ਨ ਦੀ ਅਸੀਂ ਜਿਹੜੀ ਗਵਰਨਰ ਸਾਹਿਬ ਕੋ ਮੰਗ ਕੀਤੀ ਸੀ, ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ, ਕਿਉਂਕਿ ਇਹ ਗੱਲ ਇਹਨਾਂ ਨੇ ਖੁਦ ਐਂਡ ਇਹ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਸੀ। ਹੁਣ ਅਸੀਂ ਇੱਥੇ ਆ ਜਾਈਏ, ਤੁਸੀਂ ਵੇਖੋ ਇਹਨਾਂ ਨੇ ਤਿੰਨੋਂ ਯੂਨੀਵਰਸਿਟੀਜ਼ ਨੂੰ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਕੋਈ 990 ਕਰੋੜ ਰੁਪਈਆ ਇਹਨਾਂ ਗ੍ਰਾਂਟ ਵਿੱਚ ਦਿੱਤਾ ਕਿ ਅਸੀਂ ਇਹਨਾਂ ਨੂੰ ਦੇਵਾਂਗੇ। ਕੱਲ੍ਹ ਹੀ ਪੰਜਾਬੀ ਯੂਨੀਵਰਸਿਟੀ ਜਿਹੜਾ ਇਸ਼ੂ ਮੈਂ ਅੰਦਰ ਚੁੱਕਣਾ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਸਾਲ ਗਵਰਨਮੈਂਟ ਆਉਂਦੇ ਹੀ ਚੰਦ ਦਿਨਾਂ ਬਾਅਦ ਭਗਵੰਤ ਮਾਨ ਸਾਡੇ ਕੈਂਪਸ 'ਚ ਆਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਹ ਗੱਲ ਕਹੀ ਕਿ ਮੇਰਾ ਬਾਪ ਇੱਕ ਮਾਸਟਰ ਰਿਹਾ, ਮੈਂ ਮਾਸਟਰ ਦਾ ਮੁੰਡਾ, ਮੈਂ ਐਜੂਕੇਸ਼ਨ ਦੀ ਬੜੀ ਕਦਰ ਕਰਨਾ, ਮੈਂ ਵੀ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਦਾ ਰਿਹਾ, ਮੈਂ ਇਨਸ਼ੋਰ ਕਰਾਂਗਾ ਕਿ ਐਜੂਕੇਸ਼ਨ ਜਿਹੜਾ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਰਜ਼ੇ ਥੱਲੇ ਨੇ, ਡੈਟ ਥੱਲੇ, ਇਹਨਾਂ ਨੂੰ ਕੱਢਣਾ ਸਾਡੀ ਜ਼ਿੰਮੇਵਾਰੀ। ਪਿਛਲੇ ਸਾਲ ਇਹਨਾਂ ਦੀ ਗਵਰਨਮੈਂਟ ਨੇ 200 ਕਰੋੜ ਰੁਪਇਆ ਗ੍ਰਾਂਟ ਦਿੱਤੀ ਸੀ, ਇਕੱਲੀ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ। ਫਿਰ ਇਹਨਾਂ ਨੇ ਪੇ ਕਮਿਸ਼ਨ ਐਕਸੈਪਟ ਕਰ ਲਈ, ਜਿਹਦੇ ਨਾਲ 100 ਕਰੋੜ ਰੁਪਈਆ ਸੈਲਰੀ ਦਾ ਵੱਧ ਗਿਆ। ਇਸ ਸਾਲ ਇਹਨਾਂ ਨੇ 200 ਕਰੋੜ ਗ੍ਰਾਂਟ ਦੀ ਜਗ੍ਹਾ ਕੱਟ ਕਰਕੇ 164 ਕਰ ਦਿੱਤੀ। ਵਾਈਸ ਚਾਂਸਲਰ ਦਾ ਕਹਿਣਾ ਹੈ, ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਨਹੀਂ, ਡਾਕਟਰ ਅਰਵਿੰਦ ਜੀ ਦਾ ਕਹਿਣਾ ਕਿ ਜੇ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਪੰਜਾਬੀ ਲੈਂਗੁਏਜ ਨੂੰ ਤੇ ਸਾਡੇ ਕਲਚਰ ਨੂੰ ਪ੍ਰੀਜ਼ਰਵ ਕਰਨ ਵਾਸਤੇ ਯੂਨੀਵਰਸਿਟੀ ਬਣੀ ਹੈ, ਜੇ ਸਹੀ ਬਣ ਸੁਧਿਰ ਹੈ ਨੇ ਆਪ ਵਾਲੇ
ਤੇ ਗ੍ਰਾਂਟ ਘੱਟ ਤੋਂ ਘੱਟ 164 ਤੋਂ 360 ਕਰੋੜ ਰੁਪਈਆ ਕਰ। ਅਦਰਵਾਈਜ਼ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨਹੀਂ ਚੱਲ ਸਕਦੀ, ਯੂਨੀਵਰਸਿਟੀ ਬੰਦ ਹੋ ਜਾਏ। ਮੈਂ ਇੱਥੇ ਅੱਜ ਆਪ ਦੀ ਸਰਕਾਰ ਨੂੰ ਤੇ ਵਿਸ਼ੇਸ਼ ਤੌਰ ਚੀਮਾ ਸਾਹਿਬ ਨੂੰ, ਫਾਈਨੈਂਸ ਮਿਨਿਸਟਰ ਨੂੰ ਕਹਾਂਗਾ ਕਿ ਜਿਹੜਾ 750 ਕਰੋੜ ਪੰਜਾਬ ਦੇ ਟੈਕਸ ਪੇਅਰ ਦਾ ਪੈਸਾ ਤੁਸੀਂ ਮੀਡੀਆ ਦੇ ਵਿੱਚ ਫੁੱਲ ਪੇਜ ਐਡਸ ਦੇ ਕੇ 750 ਕਰੋੜ ਦਾ ਬਜਟ ਰੱਖਿਆ। ਮੇਰੀ ਪ੍ਰਪੋਜ਼ਲ ਹੋਏਗੀ, ਜੇ ਤੁਸੀਂ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਆਪਣੀ ਐਜੂਕੇਸ਼ਨ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਜੇ ਨਾ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਹੋ, ਜੇ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਹੋ, ਜੇ ਆਪਣੇ ਕਲਚਰ ਨੂੰ ਬਚਾਉਣਾ ਚਾਹੁੰਦੇ ਹੋ, 750 ਕਰੋੜ ਸਾਰੇ ਦਾ ਸਾਰਾ ਬਜਟ ਕੱਟ ਕਰਕੇ ਇਹ ਤਿੰਨੋਂ ਹੀ ਯੂਨੀਵਰਸਿਟੀ ਜਿਹੜੀਆਂ ਸਾਡੀਆਂ ਬਜਟ ਦੇ ਉੱਤੇ ਜਿਹੜੀ ਚਰਚਾ ਹੈਗੀ ਹੈ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਦੇ ਵਾਸਤੇ ਇੱਕ ਦਿਨ ਦਾ ਸਮਾਂ ਕਾਫੀ ਨਹੀਂ ਹੈ। ਅਗਰ ਪੰਜਾਬ ਦੇ ਵਾਕਈ ਤੁਸੀਂ ਹਾਲਾਤਾਂ ਨੂੰ ਸੁਧਾਰਨਾ ਚਾਹੁੰਦੇ ਹੋ ਔਰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਾਕਿਆ ਐਡਰੈਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ ਘੱਟ 3-4 ਦਿਨਾਂ ਦੀ ਬਜਟ ਦੇ ਉੱਤੇ ਡਿਸਕਸ਼ਨ ਤੇ ਸਲਾਹ ਮਸ਼ਵਰੇ ਹੋਣੇ ਚਾਹੀਦੇ ਸੀ, ਜਿਹੜੇ ਕਿ ਸਰਕਾਰ ਨੇ ਨਹੀਂ ਕੀਤੇ। ਕੱਲ ਵੀ ਤੁਹਾਨੂੰ ਅਸੀਂ ਦੱਸਿਆ ਸੀ ਕਿ ਸਭ ਤੋਂ ਸ਼ਾਰਟੈਸਟ ਬਜਟ ਜਿਹੜਾ ਹੈਗਾ ਇਹ ਬਜਟ ਸੈਸ਼ਨ ਹੈਗਾ, ਨਹੀਂ ਤਾਂ ਕਾਂਗਰਸ ਦੇ ਸਮੇਂ ਵੀ ਇਦੋਂ ਲੰਬਾ ਹੁੰਦਾ ਸੀ। ਅਸੀਂ ਅਕਸਰ ਆਪਦੀ ਸਰਕਾਰ ਦੇ ਵਿੱਚ ਵੀ ਇਹ ਗੱਲ ਕਰਦੇ ਸੀ ਕਿ ਬਜਟ ਸੈਸ਼ਨ ਹੋਰ ਲੰਬਾ ਹੋਣਾ ਚਾਹੀਦਾ, ਲੇਕਿਨ ਆਪਦੀਆਂ ਨਾਕਾਮੀਆਂ ਲੁਕਾਉਣੀਆਂ ਚਾਹੁੰਦੇ ਸਨ। ਇਸ ਕਰਕੇ ਕੱਲ ਵੀ ਪੁਆਇੰਟ ਆਫ ਆਰਡਰ ਨਹੀਂ ਦਿੱਤਾ, ਜਦਕਿ ਹੱਕ ਬਣਦਾ ਸੀ ਸਪੀਕਰ ਸਾਹਿਬ ਦਾ ਸਾਨੂੰ ਪੁਆਇੰਟ ਆਫ ਆਰਡਰ ਦੇਣਾ। ਲੇਕਿਨ ਅੱਜ ਬਜਟ ਤੇ ਬਹਿਸ ਹੈ। ਉਮੀਦ ਕਰਦਾ ਹਾਂ ਕਿ ਸਪੀਕਰ ਸਾਹਿਬ ਇੱਕ ਤਰਫਾ ਨਾ ਹੁੰਦੇ ਹੋਏ ਮੁਕੰਮਲ ਸਾਨੂੰ ਬੋਲਣ ਦਾ ਸਮਾਂ ਦੇਣਗੇ। ਮੈਂ ਅਕਸਰ ਹੀ ਕਹਿੰਦਾ ਕਿ ਸਭ ਵਿਅਕਤੀਆਂ ਨੂੰ ਆਪਦੀ ਮਨ ਦੀ ਗੱਲ ਰੱਖਣ ਦਾ ਮੌਕਾ ਦੇਣਾ ਚਾਹੀਦਾ, 2 ਦਿਨ ਦਾ ਸੈਸ਼ਨ ਵਧਾ ਲੈਣਾ ਚਾਹੀਦਾ। ਪਰ ਕੱਲ ਦਾ ਜਿਹੜਾ ਸੈਸ਼ਨ ਸੀਗਾ ਬਜਟ ਸੈਸ਼ਨ, ਜਿਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਕਿ ਅੱਜ ਬਜਟ ਆ ਰਿਹਾ ਹੈ, ਮੈਨੂੰ ਇੰਜ ਲੱਗ ਰਿਹਾ ਸੀ ਪਿਛਲੀ ਵਾਰੀ ਤਾਂ ਕਾਫੀ ਵੱਡਾ ਡਰਾਮਾ ਕੀਤਾ ਸੀ, ਲੋਕਾਂ ਤੋਂ ਪੁੱਛ ਕੇ ਸਵਾਲ ਆਪਦੇ ਰੱਖੇ ਸੀ, ਲੇਕਿਨ ਮੈਨੂੰ ਇੰਜ ਲੱਗਿਆ ਇਸ ਬਜਟ ਤੋਂ ਕਿ ਇਹ ਫਾਈਨਾਂਸ ਮਿਨਿਸਟਰ ਦਾ ਬਜਟ ਨਹੀਂ ਹੈ। ਸੌਰੀ ਟੂ ਸੇ ਦੈਟ ਇਹ ਬਿਊਰੋਕਰੇਟਸ ਜਿਵੇਂ ਕੋਈ ਦੁਕਾਨ ਆੜਤ ਦੀ ਦੁਕਾਨ ਦਾ ਮਨੀਮ ਹਿਸਾਬ ਕਿਤਾਬ ਬਣਾ ਕੇ ਦਿੰਦਾ ਹੈ, ਇਸ ਤਰ੍ਹਾਂ ਦਾ ਬਜਟ ਪੇਸ਼ ਹੋਇਆ। ਤੇ ਸਾਰਾ ਅਸੀਂ 2 ਘੰਟੇ ਤਕਰੀਬਨ ਉਹ ਬਜਟ ਸੁਣਿਆ, ਜਿਹਦੇ ਵਿੱਚ ਸਾਨੂੰ ਕੱਖ ਲੱਭਿਆ ਨਹੀਂ। ਤੁਸੀਂ ਦੇਖਿਆ ਹੀ ਹੋਣਾ ਹੈ ਕਿ 31,000 ਕਰੋੜ ਰੁਪਏ ਦਾ ਕਰਜ਼ ਜਿਹੜਾ ਸਰਕਾਰ ਨੇ ਸਿਰ ਚੜਾਤਾ ਤੇ 35,000 ਕਰੋੜ ਰੁਪਏ ਦੀ ਤਜਵੀਜ਼ ਰੱਖਤੀ, ਜਾਣੀ ਕਿ ਤਕਰੀਬਨ 2 ਸਾਲਾਂ 66,000 ਕਰੋੜ ਰੁਪਇਆ ਕਰਜ਼ ਲੈਣਾ ਇਹਨਾਂ ਨੇ ਆਖਿਆ ਕਰਜ਼ਾ ਲੈਣਾ ਸੀ। 5 ਸਾਲ ਸਾਡੀ ਸਰਕਾਰ ਰਹੀ, ਅਸੀਂ 5 ਸਾਲਾਂ 'ਚ 73,000 ਕਰੋੜ ਰੁਪਏ ਦਾ ਕਰਜ਼ ਲਿਆ। 75,000 ਕਰੋੜ ਰੁਪਏ ਦਾ 73,000 ਕਰੋੜ ਦਾ ਕਰਜ਼ ਲਿਆ। ਤੇ ਜੇ ਇਹ ਹਾਲਾਤ ਚੱਲਦੇ ਰਹੇ ਤਾਂ ਮੇਰਾ ਖਿਆਲ ਇਹ ਟੀਚਾ 2 ਸਾਲਾਂ 'ਚ ਹੀ ਪੂਰਾ ਕਰ ਦੇਣਗੇ। ਸੋ ਅੱਜ ਕਿਸੇ ਪ੍ਰਕਾਰ ਦਾ केजरीवाल साहब कहते सी यूं ही बजट से मैं 30,000 करोड़ रुपया जो करप्शन होती है बचा लूंगा, यूं ही हम रेत से तुसी लोगों ने सवाल किए सी कि जेड़े तुसी 2500 रुपया पेंशन देने की गल कर रहे हो, जेड़े तुसी मुलाजमां नूं पक्का करन दी गल कर रहे हो, जेड़ा 1000 रुपया तुसी गरीब औरतां नूं देने की गल कर रहे हो, वो किद्दां करोगे? थोड़े कोल पैसा कित्थों लियाओगे? उन्होंने कहा यूं ही 56,000 करोड़ तो ये पड़ा है। जब रेत का वेरवा दिता, हालांकि ਉਹਦੇ ਵਿੱਚ ਅੰਕੜੇ ਨਹੀਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਕਿ ਸਾਨੂੰ ਰੈਵਨਿਊ ਆਇਆ ਜਾਂ ਕੀ ਆਏਗਾ, ਉਹਦੇ ਵਿੱਚ ਕੇਵਲ 120 ਕਰੋੜ ਤੇ 150 ਕਰੋੜ ਤੱਕ ਜਿਹੜਾ ਹੁਣ ਤੱਕ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਆਇਆ। ਜਿਹੜੇ ਕਹਿੰਦੇ ਸੀ 20,000 ਕਰੋੜ ਰੁਪਏ ਲੈ ਕੇ ਆਵਾਂਗੇ ਤੇ ਜਿਹੜੇ 30,000 ਕਰੋੜ ਰੁਪਏ ਦੀ ਗੱਲ ਕਰਦੇ ਸੀ ਕਿ ਬਜਟ ਚੋਂ ਹੀ ਅਸੀਂ ਬਜਟ ਬਣਾਉਣ ਵੇਲੇ ਹੀ ਜਿਹੜੀਆਂ ਬੇਨਾਮੀ ਤੇ ਕਰਪਸ਼ਨ ਹੁੰਦੀ ਹੈ ਫालतू ਦੀ, ਉਹ 30,000 ਕਰੋੜ ਰੁਪਏ ਬਚਾ ਲਾਂਗੇ, ਉਹਦੇ ਤੇ 31,000 ਕਰੋੜ ਰੁਪਏ ਤੁਸੀਂ ਕਰਜ਼ ਲੈ ਲਿਆ ਗਿਆ। ਸੋ ਮੁਕੰਮਲ ਤੌਰ ਤੇ ਜਿਹੜਾ ਕਹਿੰਦੇ ਅਸੀਂ ਐਜੂਕੇਸ਼ਨ ਸੈਕਟਰ ਦੇ ਵਿੱਚ, ਅਸੀਂ ਖੇਤੀਬਾੜੀ ਸੈਕਟਰ ਦੇ ਵਿੱਚ ਵਾਧਾ ਕੀਤਾ, ਮਹਿੰਗਾਈ ਬਹੁਤ ਹੋ ਗਈ ਹੈ, ਕੋਈ ਕਿਸੇ ਪ੍ਰਕਾਰ ਦਾ ਇਨਕਲਾਬ ਤਾਂ ਐਜੂਕੇਸ਼ਨ ਸੈਕਟਰ ਦੇ ਹਜੇ ਤੱਕ ਆਇਆ ਨਹੀਂ। ਆਈ ਮੀਨ ਸਕੂਲਸ ਦੀ ਗੱਲ ਕਰਦੇ ਆ, ਮੈਨੂੰ ਦੱਸ ਦਿਓ ਕੋਈ ਇੱਕ ਪੰਜਾਬ ਦੇ ਵਿੱਚ ਹਜੇ ਤੱਕ ਸਕੂਲ ਦਾ ਨਿਰਮਾਣ ਸ਼ੁਰੂ ਹੋਇਆ ਹੋਵੇ ਸਾਲ ਦੇ ਵਿੱਚ। 16 ਮੈਡੀਕਲ ਕਾਲਜ ਦੀ ਗੱਲ ਕੀਤੀ ਸੀ ਤੁਸੀਂ ਕਿ ਅਸੀਂ 16 ਮੈਡੀਕਲ ਕਾਲਜ ਬਣਾ ਦਿਆਂਗੇ, ਸ਼ੁਰੂ ਕਰਾਂਗੇ।
ਲੇਕਿਨ ਉਹਦੇ ਵਿੱਚੋਂ ਇੱਕ ਵੀ ਨਹੀਂ ਹੋਇਆ ਤੇ 4 ਮੈਡੀਕਲ ਕਾਲਜ ਦਾ ਐਲਾਨ ਕੀਤਾ, ਜਿਹਦੇ ਵਿੱਚੋਂ ਬਜਟ ਦੇ ਵਿੱਚ ਕੇਵਲ 2 ਮੈਡੀਕਲ ਕਾਲਜਸ ਵਾਸਤੇ ਪੈਸਾ ਰੱਖਿਆ ਗਿਆ ਹੈ। ਔਰ ਸਭ ਤੋਂ ਪੁਖਤਾ ਤੇ ਇੰਪੋਰਟੈਂਟ ਗੱਲ, ਪੰਜਾਬੀ ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਹੈ, ਉਹਨਾਂ ਨੇ ਟੈਗ ਕੀਤਾ ਹੈ ਟਵਿੱਟਰ ਤੇ, ਵਾਟ ਹੀ ਸੈਡ ਕਿ ਮੈਂ ਸਟੂਡੈਂਟਸ ਨੂੰ ਬੇਨਤੀ ਕਰਦਾ ਹੈ, ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਆਓ ਤੁਸੀਂ ਅੱਗੇ ਲੱਗ ਕੇ ਸਾਡੀ ਆਵਾਜ਼ ਬੁਲੰਦ ਕਰੋ, ਨਹੀਂ ਤਾਂ ਪੰਜਾਬੀ ਯੂਨੀਵਰਸਿਟੀ ਹੁਣ ਤਾੜੀਆਂ ਅੰਦਰ, ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਧਰਲੇ ਬੈਂਚ ਤਾੜੀਆਂ ਬਹੁਤ ਮਾਰਦੇ ਆ। ਯੂਨੀਵਰਸਿਟੀ ਦਾ ਵੀਸੀ ਕਦੇ ਨਹੀਂ ਹੋਇਆ ਮਗਰਲੇ ਰਿਕਾਰਡ ਦੇ ਵਿੱਚ 5 ਸਾਲਾਂ 'ਚ ਜਿਹੜਾ ਯੂਨੀਵਰਸਿਟੀ ਦਾ ਵੀਸੀ ਹੋਵੇ ਉਹ ਇਹ ਗੱਲ ਕਵੇ ਖੁਦ ਬਾਹਰ ਆ ਕੇ ਕਿ ਜਿਹੜਾ ਬਜਟ ਹੈ ਸਾਡੇ ਵਾਸਤੇ, ਜਿਹੜਾ ਹਾਇਰ ਐਜੂਕੇਸ਼ਨ ਵਾਸਤੇ ਰੱਖਿਆ ਹੈ, ਬਿਲਕੁਲ ਇਹਦੇ ਨਾਲ ਸਾਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ। ਆਉਣ ਵਾਲੇ ਦਿਨਾਂ 'ਚ ਪੰਜਾਬੀ ਯੂਨੀਵਰਸਿਟੀ ਬੰਦ ਹੋ ਸਕਦੀ ਹੈ। ਹੋਲੇ ਮਹੱਲੇ ਦੇ ਸਮਾਗਮ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਤਲ ਕੀਤੇ ਗਏ ਨੌਜਵਾਨ ਪ੍ਰਦੀਪ ਸਿੰਘ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨੌਜਵਾਨ ਪ੍ਰਦੀਪ ਸਿੰਘ ਦੇ ਜੱਦੀ ਪਿੰਡ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੱਡੀ ਗਿਣਤੀ ਵਿੱਚ ਲੋਕ ਮ੍ਰਿਤਕ ਦੇ ਸੰਸਕਾਰ ਮੌਕੇ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਅਕਾਲੀ ਆਗੂ ਨੇ ਕਾਨੂੰਨ ਅਤੇ ਵਿਵਸਥਾ ਲਈ ਸਰਕਾਰ ਨੂੰ ਕੋਸਿਆ ਅਤੇ ਇਸ ਘਟਨਾ ਤੋਂ ਸੇਧ ਲੈਂਦਿਆਂ ਸਭ ਨੂੰ ਜ਼ਿੰਮੇਵਾਰੀ ਨਾਲ ਗੁਰੂ ਘਰਾਂ 'ਚ ਜਾਣ ਮੌਕੇ ਨਿਮਾਣਾ ਬਣ ਕੇ ਅਜਿਹੀ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਔਰ ਵੇਖੋ ਇਹ ਬੱਚਾ ਕੈਨੇਡਾ 'ਚ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਗੁਰੂ ਦੀਆਂ ਲਾਡਲੀ ਫੌਜਾਂ ਦਾ ਸਤਿਕਾਰ ਵਜੋਂ ਹਰ ਗੁਰੂ ਘਰ ਦਾ ਕੋਈ ਪ੍ਰੋਗਰਾਮ ਸਮਾਗਮ ਹੁੰਦਾ ਸੀ ਉਹਦੇ 'ਚ ਵੱਧ ਚੜ ਕੇ ਯੋਗਦਾਨ ਹਿੱਸਾ ਪਾਉਂਦਾ ਸੀ। ਔਰ ਮੈਨੂੰ ਉਹਨਾਂ ਨੇ 16 'ਚ ਗਿਆ 17 18 ਤੋਂ ਇਹਦੀਆਂ ਫੋਟੋਆਂ ਵਿਖਾਈਆਂ। ਹਮੇਸ਼ਾ ਬਾਹਰ ਵੀ ਕੈਨੇਡਾ 'ਚ ਵੀ ਉਹਨੂੰ ਮਾਣ ਸੀ ਨਿਹੰਗ ਸਿੰਘ ਦੇ ਬਾਣੇ ਦਾ, ਗੁਰੂ ਦਾ ਲਾਡਲੀ ਫੌਜਾਂ ਦਾ ਸਤਿਕਾਰ ਵਜੋਂ ਉਹਦਾ ਜੋ ਸੋਚ ਸੀ ਉਹ ਸਾਹਮਣੇ ਝਲਕਦੀ ਸੀ। ਔਰ ਐਤਕੀ ਉਹਨੇ ਕਹਿੰਦੇ ਪਿਛਲੇ ਸਾਲ ਇਹ ਪ੍ਰਣ ਕੀਤਾ ਸੀਗਾ ਕਿ ਜੀ ਹੋਲੇ ਮਹੱਲੇ ਦੇ ਦਿਨ ਮੈਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਨਤਮਸਤਕ ਹੋਵਾਂ। ਬੜੀ ਭਾਵਨਾ ਨਾਲ, ਬੜੇ ਸਤਿਕਾਰ ਨਾਲ ਉੱਥੋਂ ਆਇਆ, ਬੜੀ ਭਾਵਨਾ ਤੇ ਸਤਿਕਾਰ ਨਾਲ ਆਪਦੇ ਪਿੰਡੋਂ ਆਪਣੇ ਮਾਤਾ ਪਿਤਾ ਦੀ ਅਸੀਸ ਲੈ ਕੇ ਖਾਲਸਾ ਪੰਥ ਦੀ ਉਸ ਪਵਿੱਤਰ ਧਰਤੀ ਤੇ ਜਨਮ ਭੂਮੀ ਤੇ ਗਿਆ। ਔਰ ਉੱਥੇ ਅੱਜ ਉਹਨਾਂ ਸਾਰੇ ਪੰਜਾਬੀਆਂ ਨੂੰ ਮੈਂ ਸਵਾਲ ਪੁੱਛਦਾ ਕਿ ਅੱਜ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਕਿ ਉਹਨੇ ਗੱਲ ਕਿਹੜੀ ਤੋਂ ਰੋਕਿਆ ਲੋਕ ਕਿ ਤੁਸੀਂ ਰੱਬ ਰੱਬ ਕਰਨ ਵਾਸਤੇ ਆਏ ਹੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਹੋ, ਗੁਰੂ ਦੇ ਰੰਗ 'ਚ ਰਹੋ, ਲੱਚਰ ਗੀਤਾਂ ਦਾ ਸਹਾਰਾ ਨਾ ਕਰੋ। ਉਹਨੇ ਫੇਰ ਹੌਕਾ ਰੱਬ ਦਾ ਦਿੱਤਾ, ਫੇਰ ਹੌਕਾ ਸੱਚ ਦਾ ਦਿੱਤਾ, ਗੁਰੂ ਵਾਲੇ ਰਸਤੇ ਚਲਾਉਣ ਦਾ ਦਿੱਤਾ। ਤੇ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਲਾਅ ਐਂਡ ਆਰਡਰ ਦਾ ਐਡਾ ਵੱਡਾ ਫੇਲੀਅਰ ਹੈ ਕਿ ਦੇਖੋ ਇਹ ਸਰਕਾਰਾਂ ਇੱਕ ਪਾਸੇ ਤਾਂ ਕਹਿੰਦੀ ਆ ਜੀ ਕਿ ਮੈਂ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ ਸੀ, ਮਗਰ ਮੇਰੇ ਮਨ 'ਚ ਹੀ ਸਵਾਲ ਖੜਾ ਹੁੰਦਾ ਕਿ ਤੁਸੀਂ ਵਿਧਾਨ ਸਭਾ 'ਚ ਤਾਂ ਭਾਸ਼ਣ ਕਰਦੇ ਹੋ ਕਿ ਅਸੀਂ ਜੀ ਲੱਚਰ ਗੀਤ ਜਿੰਨੇ ਆ ਬੈਨ ਕਰਤੇ, ਬੰਦ ਕਰਤੇ, ਜਾਂ ਲੋਕਾਂ ਨੂੰ ਵੈਪਨ ਕੈਰੀ ਕਰਨ ਤੋਂ ਰੋਕਤਾ। ਅਸਲੀਅਤ ਆ ਸਾਹਮਣੇ ਆ ਜੀ ਪ੍ਰਦੀਪ ਸਿੰਘ ਜਿਹਨੇ ਉਹੀ ਕੰਮ ਕੀਤਾ ਜੋ ਮੁੱਖ ਮੰਤਰੀ ਕਹਿੰਦਾ ਸੀ। ਉਹਨੇ ਇਹ ਕਿਹਾ ਭਾਈ ਪਵਿੱਤਰ ਧਰਤੀ ਤੇ ਆਏ ਹੋ, ਗੱਲ ਗੁਰੂ ਦੀ ਕਰੋ, ਗੱਲ ਉਸਤਤ ਗੁਰੂ ਦੀ ਕਰੋ, ਗੁਰੂ ਦੇ ਰੰਗ 'ਚ ਰੰਗੋ। ਔਰ ਉਹ ਰੋਕਣ ਵਾਸਤੇ ਅੱਜ ਉਹਦੀ ਜਾਨ ਚਲੀ ਗਈ। ਕੀ ਜਵਾਬ ਦੇਣਗੇ ਭਗਵੰਤ ਮਾਨ ਜੀ? ਅੱਜ ਕੀ ਜਵਾਬ ਦੇਣਗੇ ਇੱਕ ਸਾਡੇ ਫੌਜੀ ਵੀਰ ਨੂੰ, ਉਹਦੀ ਮਾਤਾ ਨੂੰ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਸਾਰੀ ਉਮਰ ਹੀ ਸਾਰੇ ਪਰਿਵਾਰ ਨੇ ਦੇਸ਼ ਦੀ ਸੇਵਾ ਕੀਤੀ। ਔਰ ਇਹ ਜੋ ਉੱਥੇ ਰੰਗਤ ਦਿੱਤੀ ਜਾ ਰਹੀ ਹੈ ਜੀ ਕਿ ਇਹਨੇ ਕੋਈ ਵਾਅਦਾ ਕੀਤਾ, ਨੇ ਕੋਈ ਵਾਅਦਾ ਨਹੀਂ ਕੀਤਾ। ਮੈਂ ਵੀ ਇਹਦੀ ਥਾਂ ਹੁੰਦਾ, ਅਸੀਂ ਤਾਂ ਕਮਜ਼ੋਰ ਦੇ ਨਾਲ ਭਾਈ, ਸਾਡੇ ਚੋਂ ਕਈ ਵੇਖਦੇ ਆ, ਅਸੀਂ ਚੁੱਪ ਕਰ ਜਾਂਦੇ ਕਿ ਇਹਨਾਂ ਨੂੰ ਕੌਣ ਸਮਝਾਵੇ। ਇਹਨੇ ਹੌਸਲਾ ਕਰ ਲਿਆ, ਜਿਗਰਾ ਕਰ ਲਿਆ ਔਰ ਸਹੀ ਗੱਲ ਕਰਨ ਦਾ ਇਹ ਇਲਜ਼ਾਮ ਹੋ ਗਿਆ। ਮੈਂ ਤਾਂ ਹੱਥ ਜੋੜ ਕੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ, ਸਭ ਨੂੰ, ਭਰਾਵਾਂ ਭੈਣਾਂ ਨੂੰ, ਕਿ ਤੁਸੀਂ ਇੰਨਾ ਖਰਚਾ ਕਰ ਕਰਕੇ ਵੇਖੀਦਾ ਟਰੈਕਟਰ ਟਰਾਲੀ ਜਾ ਰਹੇ, ਮਗਰ ਜੇ ਭਾਵਨਾ ਸਾਰੇ ਨਹੀਂ ਮਾੜੀ, ਮਗਰ ਕਈ ਜਿਨ੍ਹਾਂ ਨੇ ਇੱਕ ਉਹ ਬਣਾ ਲਿਆ ਕਿ ਆਊਟਿੰਗ ਆ
ਭਾਈ ਜੇ ਉਸ ਧਰਤੀ ਤੇ ਜਾਣਾ ਤੇ ਰੱਬ ਰੱਬ ਕਰਦੇ ਜਾਓ, ਭੁੱਲਾਂ ਬਖਸ਼ਾਓ ਤੇ ਰੱਬ ਰੱਬ ਕਰਦੇ ਆਓ। ਗੁਰੂ ਦੀ ਖੁਸ਼ੀਆਂ, ਗੁਰੂ ਦੀ ਅਸੀਸਾਂ ਲੈ ਕੇ ਆਈਏ। ਇਹ ਦੱਸੋ ਕੀ ਜਾ ਕੇ ਦੱਸਾਂਗੇ ਕਿ ਜਿਹੜੇ ਉਸ ਦਿਨ ਮੌਕੇ ਤੇ ਖਲੋਤੇ ਸਨ ਕਿ ਇਹ ਬੱਚਾ ਕੈਨੇਡਾ ਤੋਂ ਆਇਆ, 7 ਸਮੁੰਦਰ ਪਾਰ ਤੋਂ, ਗੁਰੂ ਦੀ ਬਖਸ਼ਿਸ਼ਾਂ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਇਆ ਤੇ ਗੁਰੂ ਦੀ ਗੱਲ ਕੀਤੀ ਤੇ ਉਹਨੂੰ ਮਾਰਤਾ ਗਿਆ। ਔਰ ਅੱਜ ਤੱਕ ਕੋਈ ਨਾ ਅਰੈਸਟ, ਇੱਕ ਬੰਦਾ ਅਰੈਸਟ ਹੋਇਆ, ਹੋਰ ਹੀ ਕਹਾਣੀਆਂ ਪਾਉਣੀ ਸ਼ੁਰੂ ਕਰਤੀ ਇਹਨੇ ਤਾਂ ਜੀ ਹੁਣ ਪਾਇਆ ਸੀ। ਔਰ ਜੇ ਇਹ ਲੜਾਕਾ ਸੀ ਜਾਂ ਕੁਛ ਸੀ ਤੇ ਵਿਚਾਰਾ ਕੱਲਾ ਜਾਂਦਾ ਜੀ, ਤੇ ਪਿੰਡੋਂ ਕੱਲਾ ਗਿਆ, ਉੱਥੇ ਵੀ ਕੱਲਾ ਸੀ। ਮਤਲਬ ਕੋਈ ਮਨ 'ਚ ਇਹ ਜੀ ਕੋਈ ਭਾਵਨਾ ਹੀ ਨਹੀਂ ਸੀ ਕਿ ਮੈਂ ਕੋਈ ਵਾਧਾ ਘਾਟਾ ਕਰਨਾ। ਔਰ ਗੁਰੂ ਦਾ ਸਿੱਖ ਇਹ ਜੀ ਗੱਲ ਦਾ ਸੋਚ ਵੀ ਨਹੀਂ ਸਕਦਾ। ਨਿਹੱਤਿਆ ਦੇ ਵਾਰ ਕਰਨਾ ਗੁਰੂ ਦੇ ਸਿੱਖ ਨੂੰ ਹੈ ਹੀ ਨਹੀਂ। ਔਰ ਇਹਨੇ ਭਾਵਨਾ ਸੀ, ਸਤਿਕਾਰ ਸੀ, ਗੁਰੂ ਨੂੰ ਖੁਸ਼ੀਆਂ ਲੈਣ ਗਿਆ ਸੀਗਾ ਔਰ ਰਿਜ਼ਲਟ ਕੀ ਨਿਕਲਿਆ। ਇਸ ਲਈ ਸਰਕਾਰਾਂ ਨੂੰ ਜਿੱਥੇ ਲਾਅ ਐਂਡ ਆਰਡਰ ਦਾ ਫੇਲੀਅਰ ਹੈ ਉੱਥੇ ਆਪਾਂ ਪੰਜਾਬੀਆਂ ਨੂੰ ਵੀ ਮੈਂ ਬਲੇਮ ਕਰਦਾ। ਸਾਨੂੰ ਸਭ ਨੂੰ ਸੋਚਣਾ ਪੈਣਾ ਕਿ ਭਾਈ ਜਦੋਂ ਮਾਪੇ ਆਪਦੇ ਨਿਆਣਿਆਂ ਨੂੰ ਜਾਂ ਨਿਆਣਿਆਂ ਨੂੰ ਬੇਨਤੀ ਆ, ਨੌਜਵਾਨਾਂ ਨੂੰ ਬੇਨਤੀ ਆ ਕਿ ਭਾਈ ਜਦ ਜਾਂਦੇ ਹੋ ਰੱਬ ਰੱਬ ਕਰਦੇ ਜਾਓ, ਰੱਬ ਰੱਬ ਕਰਦੇ ਆਓ। ਤੇ ਜਿਹੜਾ ਇਹ ਉੱਚੀ ਸਾਰੀ ਡੈਕ ਲਾ ਕੇ ਜਾਣਾ, ਮਤਲਬ ਮਾਹੌਲ ਹੋਰ ਬਣਾਉਣਾ, ਇਹ ਕੰਮ ਹੈ ਹੀ ਨਹੀਂ। ਇਸ ਕੰਮ ਵੀਰ ਸਾਹਿਬ ਲੱਗਦਾ ਨਹੀਂ ਕਿ ਨੌਜਵਾਨ ਪੀੜ੍ਹੀ ਜਿਸ ਰਾਹ ਚੱਲ ਪਈ ਆ, ਅੱਗੇ ਚੱਲ ਕੇ ਸਾਡੀ ਆਪਣੀ ਕੌਮ ਦਾ ਜ਼ਿਆਦਾ ਨੁਕਸਾਨ ਹੋਏਗਾ। ਦੇਖੋ ਜੀ ਅੱਜ ਦਾ ਰਿਜ਼ਲਟ ਤੁਸੀਂ ਮੈਨੂੰ ਇਹ ਸਾਰੀ ਚੀਜ਼ ਦਾ ਰਿਜ਼ਲਟ ਕੀ ਹੈ, ਸਾਨੂੰ ਨਮੋਸ਼ੀ ਹੈ, ਸਭ ਨੂੰ ਨਮੋਸ਼ੀ। ਅਸੀਂ ਸਭ ਹੀ ਫੇਲ ਹੋਏ। ਇਹ ਫੇਲੀਅਰ ਸਾਡਾ ਸਭ ਕਲੈਕਟਿਵ, ਮੈਂ ਤਾਂ ਕਹਿੰਦਾ ਫੇਲੀਅਰ। ਦੇਖੋ ਪ੍ਰਸ਼ਾਸਨ ਦਾ ਫੇਲੀਅਰ ਹੈ, ਸਰਕਾਰ ਦਾ ਫੇਲੀਅਰ, ਉਹ ਛੱਡ ਦਿਓ। ਮਗਰ ਜੇ ਆਪਾਂ ਹੀ ਬੰਦੇ ਬਣੇ ਹੁੰਦੇ ਸਭ ਤੇ ਇਹ ਨਾ ਹਾਲਾਤ ਪੈਦਾ ਹੁੰਦੇ। ਜਿਹੜਾ ਕੋਈ ਪਿੰਡੋਂ ਚੱਲਦਾ ਜਿਹਨੇ ਆਪਦੇ ਟਰੈਕਟਰ ਟਰਾਲੀ ਨੂੰ ਸ਼ਿੰਗਾਰਿਆ ਤੇ ਗੀਤ ਹੋਰ ਲਾਇਆ, ਭਾਈ ਇੱਥੇ ਹੀ ਰੋਕ ਲਓ ਪਿੰਡ ਦੀ ਕਿ ਭਾਈ ਜਾਏ ਦਾ ਫਾਇਦਾ ਕੀ ਆ। ਗਏ ਤਾਂ ਗੁਰੂ ਦੀ ਖੁਸ਼ੀਆਂ ਲੈਣ ਹੋ ਨਾ, ਗੁਰੂ ਦੀ ਬਖਸ਼ਿਸ਼ਾਂ ਲੈਣ ਹੋ ਤੇ ਇਸ ਤਰ੍ਹਾਂ ਮਿਲ ਜਾਣੀ ਆ। ਗੁਰੂ ਸਾਹਿਬ ਜੀ ਰੰਗ 'ਚ ਹੀ ਰਹੋ। ਮਜੀਠੀਆ ਸਾਹਿਬ 1 ਮਹੀਨੇ ਦੇ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਜੀ ਦਾ ਸਾਜਨਾ, ਉਸ ਸਾਜਨਾ ਦੇ ਸਵੇਰ ਤੇ ਕਿ ਤੁਸੀਂ ਕੀ ਅੰਦਾਜ਼ਾ ਲਗਾ ਰਹੇ ਹੋ ਕਿ ਇਹ ਜੋ ਮਾਹੌਲ ਜੋ ਹੋ ਚੁੱਕਾ ਹੈ ਇਹਨੂੰ ਨੱਥ ਪਏਗੀ, ਠੱਲ ਪਏਗੀ ਕਿ ਜਾਂ ਇਹੋ ਹੀ ਫਿਰ ਇਸੇ ਤਰ੍ਹਾਂ ਪਟਾਕੇ ਪੈਣਗੇ, ਇਸੇ ਤਰ੍ਹਾਂ ਸਲੰਸਰ ਲਾ ਕੇ ਧੂੰਆਂ ਛੱਡ ਕੇ ਤੇ ਨਸ਼ੇ 'ਚ ਜਿਹੜੇ ਕੁਝ ਜਵਾਨ ਨੇ ਫਿਰ ਹੁੱਲੜਬਾਜ਼ੀ ਹੀ ਕਰਨੀ। ਯਾਰ ਤੁਹਾਨੂੰ ਮੇਰਾ ਵੀਡੀਓ ਇਹ ਮੌਕਾ ਨਹੀਂ, ਮੈਂ ਤਾਂ ਉੱਥੇ ਵੇਖ ਕੇ ਨਾ ਜੀ ਮੇਰੇ ਤਾਂ ਆਪ ਰੋਣ ਨਿਕਲਦਾ ਹੈ ਕਿ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਵੀਰ ਦੇ ਇੱਕ ਕੱਲਾ ਪੁੱਤ ਉਹ ਗੁਰੂ ਦੇ ਰੰਗ 'ਚ ਰੰਗਿਆ ਤੇ ਉਹਦੀ ਗਲਤੀ ਕੀ ਕਿ ਉਹਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ, ਰੱਬ ਵਾਲੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਤੇ ਆ ਇੱਥੇ ਅੱਜ ਸਾਡੇ ਵਿਚਕਾਰ ਨੇ। ਫਿਰ ਕਿਸੇ ਨੇ ਹਿੰਮਤ ਕਰਨੀ ਹੈ ਜੀ, ਇਹਨੇ ਤਾਂ ਕਰਤੀ ਜੀ। ਗੁਰੂ ਦੀ ਲਾਡਲੀ ਫੌਜ ਚੋਂ ਇੱਕ ਸਿਪਾਹੀ ਸੀ, ਇਹਨੇ ਤਾਂ ਹਿੰਮਤ ਕਰਤੀ। ਤੁਹਾਡੇ ਮੇਰੇ ਵਰਗੇ ਤਾਂ ਕਰਦੇ ਨਹੀਂ। ਤੁਹਾਨੂੰ ਸਭ ਨੂੰ ਬੇਨਤੀ ਆ, ਚਾਹੇ ਮੀਡੀਆ ਹੈ, ਚਾਹੇ ਮੈਂ ਆ, ਚਾਹੇ ਤੁਸੀਂ ਹੋ, ਚਾਹੇ ਬਜ਼ੁਰਗ ਨੇ, ਸਿਆਣੇ ਨੇ, ਮਾਵਾਂ ਨੇ, ਰੋਕੋ। ਆਪਾਂ ਨੂੰ ਸਭ ਦਾ ਫਰਜ਼ ਬਣਦਾ ਹੈ ਕਿ ਜੇ ਜਾਣਾ ਤੇ ਸਤਿਕਾਰ ਵਜੋਂ ਜਾਓ, ਡਰ ਕੇ ਜਾਓ। ਮਜੀਠੀਆ ਸਾਹਿਬ ਦਾ ਸਵਾਲ ਇੱਕ ਬੜਾ ਜ਼ਰੂਰੀ ਸਵਾਲ ਹੈ, ਡਰ ਕੇ ਜਾਓ ਕਿ ਜੇ ਇਸ ਥਾਂ ਚੱਲੇ ਆ ਨਾ ਉਹਦੀ ਖੁਸ਼ੀਆਂ ਲੈ ਕੇ ਆਈਏ, ਮਾਲਕ ਦੀ ਉਹਦੀ ਕਿਰਪਾ ਲੈ ਕੇ ਆਈਏ। ਇਹ ਜੀ ਕੋਈ ਗਲਤੀ ਨਾ ਕਰਦੀਏ। ਜੇ ਅਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਕਰੀਏ, ਮੰਦਭਾਗੀ ਘਟਨਾ ਵਾਪਰੀ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਵੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਜੇ ਹੁੱਲੜਬਾਜ਼ਾਂ ਦੀ ਗੱਲ ਕਰੀਏ ਤੇ ਕੀ ਸ਼੍ਰੋਮਣੀ ਕਮੇਟੀ ਦਾ ਕੋਈ ਫਰਜ਼ ਨਹੀਂ ਬਣਦਾ ਕਿ ਨੌਜਵਾਨ ਪੀੜ੍ਹੀ ਨੂੰ, ਹੁੱਲੜਬਾਜ਼ਾਂ ਨੂੰ, ਇਹਨਾਂ ਨੂੰ ਕੋਈ ਨੈਤਿਕ ਸੇਧ ਦੇਵੇ? ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਫਿਰ ਛੁੱਟੀ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ ਰਾਹ ਪੱਧਰਾ ਕਰਦਿਆਂ ਕਾਰਜਕਾਲ ਦੀ ਮਿਆਦ ਵਿੱਚ ਵਾਧੇ ਦਾ ਫੈਸਲਾ ਵਾਪਸ ਲੈ ਲਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਦੀ ਮਿਆਦ ਪਿਛਲੀ ਕਾਂਗਰਸ ਸਰਕਾਰ ਨੇ ਵਧਾਈ ਸੀ। ਹਾਸਲ ਜਾਣਕਾਰੀ ਮੁਤਾਬਕ ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਅਹੁਦੇ ਦੀ ਮਿਆਦ ਵਿੱਚ ਵਾਧਾ ਕਰਨ ਦੇ ਹੁਕਮ ਮਾਨ ਸਰਕਾਰ ਨੇ ਵਾਪਸ ਲੈ ਲਏ ਹਨ। ਇਹ ਵਾਧਾ ਕਰਨ ਦੇ ਹੁਕਮ 18 ਸਤੰਬਰ 2020 ਨੂੰ ਕਾਂਗਰਸ ਸਰਕਾਰ ਨੇ ਜਾਰੀ ਕੀਤੇ ਸਨ, ਪਰ ਹੁਣ 7 ਮਾਰਚ 2023 ਨੂੰ ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਵੂਮਨ ਦੇ ਚਾਈਲਡ ਵਿਕਾਸ ਮਹਿਕਮੇ ਦੇ ਐਡੀਸ਼ਨਲ ਚੀਫ ਸੈਕਟਰੀ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਰਾਹੀਂ 2020 ਵਾਲੇ ਹੁਕਮ ਵਾਪਸ ਲੈ ਲਏ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ 4161 ਮਾਸਟਰ ਕੈਡਰ ਯੂਨੀਅਨ ਪੰਜਾਬ ਦਾ ਹੱਲਾ ਬੋਲ ਰਿਹਾ ਹੈ। ਪ੍ਰਦਰਸ਼ਨ ਦੇ ਚੱਲਦਿਆਂ ਪੁਲਿਸ ਦੀ ਪ੍ਰਦਰਸ਼ਨਕਾਰੀਆਂ ਨਾਲ ਧੱਕਾ ਮੁੱਕੀ ਵੀ ਹੋਈ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ 100 ਮੀਟਰ ਦੀ ਦੂਰੀ ਤੱਕ ਭਜਾਇਆ। ਪ੍ਰਦਰਸ਼ਨਕਾਰੀ ਲੜਕੀਆਂ ਵੱਲੋਂ ਮਰਦ ਪੁਲਿਸ ਅਧਿਕਾਰੀਆਂ ਤੇ ਘੜੀਸ ਕੇ ਭਜਾਉਣ ਦੇ ਇਲਜ਼ਾਮ ਵੀ ਲਗਾਏ ਗਏ ਹਨ। ਸੈਂਕੜੇ ਲੋਕਾਂ ਦੀ ਤਾਦਾਦ 'ਚ ਪ੍ਰਦਰਸ਼ਨਕਾਰੀ
ਲੜਕੇ ਅਤੇ ਲੜਕੀਆਂ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭਾਰੀ ਬੈਰੀਕੇਡਿੰਗ ਵੀ ਕੀਤੀ ਗਈ ਹੈ। ਉੱਥੇ ਹੀ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਮੁੱਖ ਮੰਤਰੀ ਨਿਵਾਸ ਅੱਗੇ ਧਰਨਾ ਦਿੱਤਾ ਗਿਆ। 200 ਤੋਂ ਵੱਧ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਪਹੁੰਚੇ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ। ਅਸੀਂ ਸੀਐਮ ਦੀ ਕੋਠੀ ਪਹੁੰਚਿਆ। ਫਰੀडम ਫਾਈਟਰ ਉੱਤਰਾਧਿਕਾਰੀ ਜਥੇਬੰਦੀ ਰਜਿਸਟਰਡ 196 ਪੰਜਾਬ ਵੱਲੋਂ ਸਾਰੇ ਪੰਜਾਬ ਤੋਂ ਫਰੀडम ਫਾਈਟਰ ਪਰਿਵਾਰਾਂ ਦੇ ਬੱਚੇ ਪਹੁੰਚੇ ਨੇਗੇ। ਇਹ 75 ਸਾਲ ਹੋ ਗਏ, ਚਾਹੇ ਕਾਂਗਰਸ ਸਰਕਾਰ ਹੈ, ਚਾਹੇ ਅਕਾਲੀ ਹੈ, ਚਾਹੇ ਬੀਜੇਪੀ ਹੈ, ਚਾਹੇ ਅੱਜ ਦੀ ਸਰਕਾਰ ਆਪ ਹੈ, ਜਿਹਨੇ ਭਗਤ ਸਿੰਘ ਦੇ ਪਿੰਡੋਂ ਸਹੁੰ ਚੁੱਕ ਕੇ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ। ਇਹਨਾਂ ਨੇ ਸਾਡੇ ਨਾਂ 'ਤੇ 75 ਸਾਲ ਹੋ ਗਏ, ਸਾਡੇ ਸਿਆਸਤਾਂ ਕੀਤੀਆਂ ਨੇ, ਸਾਡੇ ਨਾਂ ਵੇਚੇ ਨੇ, ਪਰ ਸਾਡੇ ਪਰਿਵਾਰਾਂ ਬਾਰੇ ਕਿਸੇ ਨੇ ਪੁੱਛਿਆ ਨਹੀਂ ਗਾ ਵੀ ਉਹਨਾਂ ਦੇ ਘਰੇ ਆਟਾ ਹੈ ਜਾਂ ਸਿਰ 'ਤੇ ਛੱਤ ਹੈ ਜਾਂ ਨਹੀਂ। ਇਹ ਸਰਕਾਰ ਨੂੰ ਅਸੀਂ 1 ਸਾਲ ਹੋ ਗਿਆ ਇਹੀ ਵੇਟ ਕਰਦੇ, ਨਵੀਂ ਸਰਕਾਰ ਹੈ, ਚਲੋ ਮੌਕਾ ਲੱਗਦਾ। ਪਰ ਕੱਲ ਵਿਧਾਨ ਸਭਾ ਦੇ ਵਿੱਚ ਜੋ ਸਾਡੇ ਪ੍ਰਤੀ ਕੁਝ ਹੋਇਆ ਉਹ ਤਾਂ ਸਾਨੂੰ ਬੜਾ ਰੰਜ ਹੈ, ਕਿਉਂਕਿ 2 ਦਿਨ ਫਰੀडम ਫਾਈਟਰ ਪਰਿਵਾਰਾਂ ਦੇ ਨਾਂ 'ਤੇ ਸਿਆਸਤਾਂ ਹੁੰਦੀਆਂ ਰਹੀਆਂ। 2 MLA ਨੇ ਸਾਡੇ ਸਵਾਲ ਉਠਾਏ, ਪਰ ਸਾਡੇ ਜਿਹੜੇ ਜੋੜਾ ਮਾਜਰਾ ਮੰਤਰੀ ਜੀ ਨੇ ਸਿਰਫ ਉਹਨਾਂ ਨੇ ਐਡਾ ਝੂਠ ਮਾਰਿਆ ਵੀ 3 ਪੁਸਤਾਂ ਨੂੰ 9400 ਰੁਪਈਆ ਪੈਨਸ਼ਨ ਦਿੰਦੇ ਆ, ਜਿਹੜੇ ਰਹਿ ਗਏ ਉਹਨਾਂ ਨੂੰ ਜਲਦੀ ਦੇਵਾਂਗੇ। ਪਰ ਸਿਰਫ ਫਰੀडम ਫਾਈਟਰ ਤੇ ਉਹਨਾਂ ਦੀ ਧਰਮ ਪਤਨੀਆਂ ਨੂੰ ਹੀ ਪੈਨਸ਼ਨ ਮਿਲਦੀ ਹੈ, ਬਾਕੀ ਨਹੀਂ। ਅੱਜ ਇੱਕ ਫੌਜੀ ਸ਼ਹੀਦ ਹੁੰਦਾ ਦੇਸ਼ ਲਈ, ਉਸ ਨੂੰ 5 ਕਰੋੜ ਰੁਪਏ ਉਹਦੇ ਪਰਿਵਾਰ ਨੂੰ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਕੇ ਇਹਨਾਂ ਨੂੰ ਕੁਰਸੀਆਂ 'ਤੇ ਬਿਠਾਇਆ, ਉਹਨਾਂ ਦੀ ਅੱਜ ਤੱਕ ਇਹਨਾਂ ਨੇ ਸਾਰ ਨਹੀਂ ਲਈ, ਸਿਰਫ ਸਿਆਸਤਾਂ ਕੀਤੀਆਂ ਸਾਡੇ ਨਾਲ। ਤੇ 85% ਕੁਰਬਾਨੀਆਂ ਨੇ ਸਾਡੇ ਪੰਜਾਬ ਦੀਆਂ ਦੇਸ਼ ਨੂੰ ਆਜ਼ਾਦ ਕਰਨ ਲਈ, ਪਰ ਕਿਸੇ ਸਰਕਾਰ ਦੇ ਮੰਤਰੀ ਨੇ ਆ ਕੇ ਸਾਡੇ ਘਰਾਂ ਦੇ ਉੱਤੇ ਪਤਾ ਨਹੀਂ ਕੀਤਾ ਵੀ ਇਹਨੇ ਦੁੱਖ ਤਕਲੀਫ ਕੀ ਹੈ। ਅੱਜ ਵੀ 25-30 ਫਰੀडम ਫਾਈਟਰ ਜਿੰਦਾ ਬੈਠੇ ਨੇ, ਕੋਈ ਵੀ ਮੰਤਰੀ ਉਹਨਾਂ ਦੇ ਘਰਾਂ ਤੱਕ ਜਾ ਕੇ ਨਹੀਂ ਆਇਆ। ਨਾਲ ਐਡਾ ਬੁਰਾ ਹਾਲ ਹੈ ਵੀ ਵਿਧਾਨ ਸਭਾ 'ਚ ਬੋਲਿਆ ਗਿਆ ਵੀ ਫਲਾਣੇ ਫਰੀडम ਫਾਈਟਰ ਦੇ ਸਿਰ 'ਤੇ ਛੱਤ ਨਹੀਂ, ਉਹ ਛੱਤ ਪਵਾ ਦਿਆਂਗੇ। ਕਦੋਂ ਪਾਉਣਗੇ ਇਹ ਸਮਝ ਤੋਂ ਬਾਹਰ ਹੈ। ਜਦੋਂ ਪੂਰਾ ਹੋ ਗਿਆ 15 ਅਗਸਤ 26 ਜਨਵਰੀ 'ਤੇ ਸਿਰਫ ਇੱਕ ਲੋਈ ਡੱਬਾ ਦੇ ਕੇ ਸਾਨੂੰ ਸਾਰਿਆ ਜਾਂਦਾ ਹੈ। ਅੱਜ ਨੌਕਰੀਆਂ ਕੱਢੀਆਂ ਸੀ ਇਹਨਾਂ ਨੇ, ਸਾਡਾ 5% ਕੋਟਾ ਹੁੰਦਾ ਸੀ ਨੌਕਰੀਆਂ ਵਿੱਚ, 5 ਤੋਂ 3 ਕੀਤਾ, 3 ਤੋਂ 2 ਕੀਤਾ, ਹੁਣ 1% ਕੋਟਾ ਹੈ। ਇਸ ਵਾਰ ਜਿਹੜੀਆਂ ਪਟਵਾਰੀ ਦੀਆਂ ਪੋਸਟਾਂ ਨੇ 715 'ਚੋਂ ਸਿਰਫ 5 ਪੋਸਟਾਂ ਦਿੱਤੀਆਂ ਗਈਆਂ। ਜਿਹੜੀਆਂ ਆਂਗਣਵਾੜੀ ਦੀਆਂ ਪੋਸਟਾਂ ਨੇ, ਬਿਜਲੀ ਬੋਰਡ ਦੀਆਂ ਪੋਸਟਾਂ ਨੇ, ਨਗਰ ਨਿਗਮ ਦੀਆਂ ਪੋਸਟਾਂ ਨੇ, ਕੋਈ ਪੋਸਟ ਹੀ ਨਹੀਂ। ਉਹ ਸਾਡਾ ਰਿਜ਼ਰਵ ਕੋਟਾ ਖਤਮ ਹੀ ਕਰ ਦਿੱਤਾ। ਇਹ ਸਰਕਾਰ ਕਹਿਣ ਤੇ ਕਰਨੀ 'ਚ ਬਹੁਤ ਫਰਕ ਹੈ ਇਹਨਾਂ ਦਾ, ਸਿਰਫ ਨਾਂ ਵੇਚਦੀ ਹੈ। ਅਸੀਂ ਸਰਕਾਰ ਨੂੰ ਮੁੱਖ ਮੰਤਰੀ ਦੀ ਕੋਠੀ 'ਤੇ ਆਏ ਹਾਂ ਅੱਜ ਵੀ ਸਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਉਹ ਸਾਡੀਆਂ ਲਾਗੂ ਕੀਤੀ ਜਾਣ। ਤਾਮਿਲਨਾਡੂ ਸਰਕਾਰ ਨੇ 5000 ਰੁਪਏ ਪਰ ਬੱਚਾ ਫਰੀडम ਫਾਈਟਰ ਪਰਿਵਾਰ ਨੂੰ ਉਹਨਾਂ ਨੇ ਪੈਨਸ਼ਨ ਲਾ ਦਿੱਤੀ। ਸਾਡਾ ਪੰਜਾਬ ਉਦੋਂ ਵੀ ਗਿਆ ਗੁਜ਼ਰਿਆ। ਅੱਜ ਕਹਿੰਦੇ ਨੇ ਪੰਜਾਬ ਖੁਸ਼ਹਾਲ ਹੈ, ਦੇਸ਼ ਜਿਹੜਾ ਸਾਡਾ ਭਾਰਤ ਆ ਉਹ ਇਸ 'ਤੇ ਚੱਲਦਾ ਹੈ। ਪਰ ਹੈਰਾਨ ਦੀ ਗੱਲ ਹੈ, ਇਹ ਹਿੰਦੂ ਮੁਸਲਿਮ ਸਿੱਖ ਈਸਾਈਆਂ ਦੇ ਰੌਲਿਆਂ ਦੇ ਵਿੱਚ ਸਾਰੇ ਦੇਸ਼ ਭਗਤਾਂ ਨੂੰ ਭੁੱਲ ਗਏ। ਅੱਜ ਤੱਕ ਕਿਸੇ ਸਰਕਾਰ ਨੇ ਬੁਲਾ ਕੇ ਫਰੀडम ਫਾਈਟਰ ਪਰਿਵਾਰਾਂ ਨੂੰ, ਫਰੀडम ਫਾਈਟਰਾਂ ਨੂੰ ਜਾਂ ਉਹਨਾਂ ਦੀਆਂ ਜਥੇਬੰਦੀਆਂ ਨੂੰ ਬੈਠ ਕੇ ਨਹੀਂ ਪੁੱਛਿਆ ਤੁਸੀਂ ਕੀ ਚਾਹੁੰਦੇ ਹੋ। ਕੋਈ ਹਿੰਦੂ ਰਾਸ਼ਟਰ ਮੰਗਦਾ, ਕੋਈ ਖਾਲਿਸਤਾਨ ਮੰਗਦਾ ਹੈ, ਪਰ ਜਿਨ੍ਹਾਂ ਨੇ ਭਾਰਤ ਆਜ਼ਾਦ ਕੀਤਾ ਉਹਦੇ ਬਾਰੇ ਕਿਸੇ ਨੇ ਪੁੱਛਿਆ ਤੱਕ ਨਹੀਂ। ਅੱਜ ਨਗਰ ਨਿਗਮ ਲੁਧਿਆਣਾ ਵੱਲੋਂ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਦੇ ਤਹਿਤ ਸਥਾਨਕ ਰੋਜ਼ ਗਾਰਡਨ ਵਿਖੇ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਘਰੇਲੂ ਉਤਪਾਦ ਤਿਆਰ ਕਰਨ ਵਾਲੇ ਮਹਿਲਾਵਾਂ ਦੇ ਗਰੁੱਪ ਵੱਲੋਂ ਆਪਣੇ ਘਰੇਲੂ ਉਤਪਾਦ ਪ੍ਰਦਰਸ਼ਿਤ ਕੀਤੇ ਗਏ, ਜਿਸ ਨੂੰ ਦੇਖਣ ਲਈ ਭਾਰੀ ਸੰਖਿਆ ਵਿੱਚ ਸ਼ਹਿਰੀ ਵਾਸੀ ਵੀ ਪਹੁੰਚੇ। ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਕਮਿਸ਼ਨਰ ਸ਼ੀਨਾ ਅਗਰਵਾਲ ਨੇ ਦੱਸਿਆ ਕਿ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਦੇ ਤਹਿਤ ਸਥਾਨਕ ਰੋਜ਼ ਗਾਰਡਨ ਵਿਖੇ ਘਰੇਲੂ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿੱਚ ਮਹਿਲਾਵਾਂ ਦੇ ਗਰੁੱਪ ਵੱਲੋਂ ਘਰੇਲੂ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤੇ ਗਏ ਹਨ। ਉਹਨਾਂ ਕਿਹਾ ਹੈ ਕਿ ਇਸ ਪ੍ਰਦਰਸ਼ਨੀ ਨੂੰ ਲਗਾਉਣ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਸਵੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਪ੍ਰਦਰਸ਼ਨੀ ਦੇਖਣ ਲਈ ਭਾਰੀ ਸੰਖਿਆ ਵਿੱਚ ਸ਼ਹਿਰ ਵਾਸੀ ਵੀ ਪਹੁੰਚੇ ਹਨ। ਇਹ ਨਗਰ ਨਿਗਮ ਅਸੀਂ ਜਿੰਨੇ ਵੀ ਸਾਡੀ ਸੈਲਫ ਹੈਲਪ ਗਰੁੱਪਸ ਹੈ, ਲੇਡੀਜ਼ ਹੈ, ਉਹਨਾਂ ਨੂੰ ਨਿਊਲਮ ਸਕੀਮ ਦੇ ਅਧੀਨ ਸਸ਼ਕਤ ਕਰਨ ਲਈ, ਉਹਨਾਂ ਨੂੰ ਇੱਕ ਮੌਕਾ ਦੇਣ ਲਈ ਇਹ ਐਗਜ਼ੀਬਿਸ਼ਨ ਲਗਾਈ ਗਈ ਹੈ। ਸਾਡੇ ਕਈ ਲੇਡੀਜ਼ ਜਿਨ੍ਹਾਂ ਨੇ ਸੈਲਫ ਹੈਲਪ ਗਰੁੱਪਸ ਬਣਾਏ ਹੋਏ ਹੈ, ਉਹ ਆਪਣੇ ਘਰਾਂ 'ਚ ਕਾਫੀ ਕਾਰੀਗਰੀ ਕਰਦੀ ਹੈ, ਕਈ ਤਰ੍ਹਾਂ ਦੇ ਪ੍ਰੋਡਕਟਸ ਬਣਾਉਂਦੀ ਹੈ, ਅਤੇ ਇੱਕ ਮੌਕਾ ਹੈ ਉਹਨਾਂ ਨੂੰ ਕਿ ਆਪਣੇ ਪ੍ਰੋਡਕਟਸ ਮਾਰਕੀਟ ਕਰਨ ਦਾ, ਲੋਕਾਂ ਦੇ ਸਾਹਮਣੇ ਲਿਆਉਣ ਦਾ, ਅਤੇ ਇਸ ਤਰ੍ਹਾਂ ਉਹਨਾਂ ਨੂੰ ਵੀ, ਉਹਨਾਂ ਦਾ ਵੀ ਮਨੋਬਲ ਵਧੇਗਾ, ਉਹਨਾਂ ਦੀ ਸੇਲ ਵਧੇਗੀ, ਐਂਡ ਇਹ ਗਰੁੱਪਸ ਨੂੰ, ਇਹ ਲੇਡੀਜ਼ ਨੂੰ ਹੋਰ ਇੱਕ ਇਨਸੈਂਟਿਵ ਮਿਲੇਗਾ ਕਿ ਇਹ ਅੱਗੇ ਹੋਰ ਚੰਗੀ ਤਰ੍ਹਾਂ ਕੰਮ ਕਰਨ। ਅਤੇ ਇਹਦੇ
ਨਾਲ ਅਸੀਂ ਹੋਰ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਲੇਡੀਜ਼ ਹੈ ਆਪਣੇ ਘਰਾਂ 'ਚ ਕਰਦੇ ਹੈ ਜੋ ਲੋੜਵੰਦ ਹੈ ਉਹਨਾਂ ਨੂੰ ਵੀ ਇਨਵੀਟੇਸ਼ਨ ਦਿੰਦੇ ਆ ਕਿ ਉਹ ਸਾਡੇ ਸੈਲਫ ਹੈਲਪ ਗਰੁੱਪਸ ਨਾਲ ਸਾਡੀ ਐਮਸੀ ਦੀ ਟੀਮ ਨਾਲ ਜੁੜਨ ਤੇ ਅੱਗੇ ਆ ਕੇ ਇਸ ਤਰ੍ਹਾਂ ਆਪਣੇ ਕੰਮ ਨੂੰ ਜੋ ਵੀ ਉਹ ਕਰਨਾ ਚਾਹੁੰਦੇ ਆ ਉਹਨਾਂ ਨੂੰ ਅੱਗੇ ਵਧਣ 'ਚ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਪ੍ਰੀਤ ਕੌਰ ਹੈ, ਸਿਟੀ ਮਿਸ਼ਨ ਮੈਨੇਜਰ ਮੇਰੀ ਡੈਜ਼ਿਗਨੇਸ਼ਨ ਹੈ ਔਰ ਅੰਡਰ ਡੇ ਐਨੂਅਲਮ ਦੇ ਵਿੱਚ ਇਹ ਜਿਹੜਾ ਸਾਰਾ ਪ੍ਰੋਗਰਾਮ ਆਰਗੇਨਾਈਜ਼ ਹੋਇਆ ਹੈ ਕਾਰਪੋਰੇਸ਼ਨ ਵੱਲੋਂ, ਮਿਊਂਸਿਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ। ਇਹਦਾ ਅੱਜ ਇਹਦੇ ਬਾਰੇ ਸਾਰਾ ਕੁਝ ਥੋੜਾ ਬਰੀਫ ਕਰੋ। ਸਰ ਜਿੱਦਾਂ ਇਹ ਸਾਡੇ ਇੱਕ ਸੈਂਟਰ ਗਵਰਨਮੈਂਟ ਦੀ ਸਕੀਮ ਹੈ, ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਹੈ, ਜਿਹਦੇ ਤਹਿਤ ਅਸੀਂ ਜਿਹੜੇ ਲੇਡੀਜ਼ ਦੇ ਗਰੁੱਪ ਬਣਾਉਂਦੇ ਹਾਂ, 10 ਲੇਡੀਜ਼ ਦਾ ਗਰੁੱਪ ਹੁੰਦਾ ਹੈ ਔਰ ਇਹ ਜਦੋਂ ਅਸੀਂ ਇਹਨਾਂ ਲੇਡੀਜ਼ ਨੂੰ ਜਿਵੇਂ ਗਵਰਨਮੈਂਟ ਫੰਡ ਪ੍ਰੋਵਾਈਡ ਕਰਦੀ ਹੈ ਔਰ ਇਹਦੇ ਵਿੱਚ ਇਹੀ ਹੈ ਵੀ ਜਿਵੇਂ ਲੇਡੀਜ਼ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੀਆਂ ਨੇ, ਅਸੀਂ ਇਹਨਾਂ ਦੇ ਕੰਮ ਨੂੰ ਮਤਲਬ ਅੱਗੇ ਪ੍ਰੋਤਸ਼ਾਹਿਤ ਕਰਨ ਦੇ ਲਈ ਇੱਦਾਂ ਦੀ ਐਗਜੀਬਿਸ਼ਨਸ, ਇੱਦਾਂ ਦੀ ਇਵੈਂਟਸ ਅਸੀਂ ਕਰਵਾਉਂਦੇ ਰਹਿੰਦੇ ਹਾਂ। ਤੇ ਅੱਜ ਵੀ ਅਸੀਂ ਇੱਕ ਵੂਮਨ ਇੰਪਾਵਰਮੈਂਟ ਦੇ ਉੱਤੇ ਜਿੱਦਾਂ ਹੁਣ ਰੀਸੈਂਟਲੀ ਇੰਟਰਨੈਸ਼ਨਲ ਵੂਮਨ ਡੇ ਲੰਘ ਕੇ ਗਿਆ ਵਾ ਤਾਂ ਉਹਨੂੰ ਅਸੀਂ ਮੁੱਖ ਰੱਖਦੇ ਹੋਏ ਅਸੀਂ ਇਹ ਵਾਲਾ ਇਵੈਂਟ ਅਸੀਂ ਅੱਜ ਆਰਗੇਨਾਈਜ਼ ਕਰਵਾਇਆ। ਤਾਂ ਇਹਦੇ ਵਿੱਚ ਜਿੱਦਾਂ ਸਾਡੇ ਅਲੱਗ-ਅਲੱਗ ਗਰੁੱਪ ਮੈਂਬਰ ਨੇ ਜਿਹੜੇ ਆਪਣੇ ਪ੍ਰੋਡਕਟਸ ਨੇ ਜਿਹੜੇ ਉਹ ਘਰ ਬੈਠ ਕੇ ਬਣਾਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਇੱਕ ਮੌਕਾ ਪ੍ਰੋਵਾਈਡ ਕਰਵਾਇਆ। ਫਾਜ਼ਿਲਕਾ ਦੀ ਮੰਡੀ ਲਾਦੂਕਾ ਵਿਖੇ ਇੱਕ ਸਰਕਾਰੀ ਪ੍ਰਾਇਮਰੀ ਡਿਸਪੈਂਸਰੀ ਦੀ ਇਮਾਰਤ ਨੂੰ ਤੋੜ ਕੇ ਸਮਾਨ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਮੌਜੂਦਾ ਸਰਪੰਚ ਅਤੇ ਉਸਦੇ ਪਤੀ ਸਣੇ 9 ਵਿਅਕਤੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ। ਪੁਲਿਸ ਨੇ ਸਰਪੰਚ ਦੇ ਪਤੀ ਸਣੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਇਲਜ਼ਾਮ ਹਨ ਕਿ ਮਹਿਲਾ ਸਰਪੰਚ ਅਤੇ ਉਸਦੇ ਪਤੀ ਨੇ ਹੋਰਨਾਂ ਨਾਲ ਮਿਲੀ ਭੁਗਤ ਕਰਕੇ ਇਮਾਰਤ ਦਾ ਮਾਲ ਖੁਰਦ-ਬੁਰਦ ਕਰਕੇ ਅੱਗੇ ਕਬਾੜੀਏ ਨੂੰ ਵੇਚ ਦਿੱਤਾ। ਫਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਮਹਿਲਾ ਸਰਪੰਚ ਉਸਦੇ ਪਤੀ ਸਣੇ 9 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ, ਜਿਸ ਤੋਂ ਬਾਅਦ ਮਹਿਲਾ ਸਰਪੰਚ ਦੇ ਪਤੀ ਅਤੇ ਉਸਦੇ 2 ਹੋਰ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਵਿੱਚ ਨਾ ਜੀ ਇੱਕ ਰੇਸ਼ਮ ਸਿੰਘ ਨਾਮ ਦਾ ਬੰਦਾ ਜਿਸ ਨੇ ਦਰਖਾਸਤ ਦਿੱਤੀ ਸੀ ਜੀ ਵੀ ਜਿਹੜਾ ਸਰਕਾਰੀ ਡਿਸਪੈਂਸਰੀ ਨੂੰ ਢਾਹ ਕੇ ਉਹਦਾ ਗਾਡਰ ਸਰੀਏ ਔਰ ਹੋਰ ਜਿਹੜਾ ਸਮਾਨ ਆ ਜੀ ਉਹ ਸਕ੍ਰੈਪ ਦੇ ਵਿੱਚ ਵੇਚਿਆ ਗਿਆ, ਪਰ ਜਿਹੜਾ ਸਮਾਨ ਵੇਚਿਆ ਗਿਆ, ਬਿਲਡਿੰਗ ਢਾਈ ਗਈ ਆ, ਉਹ ਨਿਯਮਾਂ ਮੁਤਾਬਕ ਨਹੀਂ ਸੀ ਜੀ। ਔਰ ਇਸ ਦਰਖਾਸਤ ਦੀ ਜਿਹੜੀ ਪੜਤਾਲ ਆ ਮਾਨਯੋਗ ਡੀਐਸਪੀ ਸਾਹਿਬ ਹਲਕਾ ਨੇ ਕੀਤੀ ਹੈ ਔਰ ਜਿਸ ਤੋਂ ਬਾਅਦ ਜਿਹੜਾ ਡੀਏ ਲੀਗਲ ਦੀ ਰਾਏ ਲੈਣ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਤੇ ਪਰਚਾ ਦਰਜ ਕੀਤਾ ਗਿਆ ਔਰ ਇਹ ਜਿਹੜਾ ਪਰਚਾ ਹੈ 379 420 427 ਆਈਪੀਸੀ ਦੇ ਤਹਿਤ ਦਰਜ ਕੀਤਾ ਗਿਆ। ਕਿੰਨੇ ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ? ਇਸ ਦੇ ਵਿੱਚ ਟੋਟਲ 9 ਦੋਸ਼ੀ ਨੇ, ਜਿਨ੍ਹਾਂ ਵਿੱਚੋਂ ਅਸੀਂ 3 ਦੋਸ਼ੀ ਕੱਲ੍ਹ ਗ੍ਰਿਫਤਾਰ ਕਰ ਲਏ ਨੇ, ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇ। ਮੌਜੂਦਾ ਸਰਪੰਚ ਹੈ ਜਿਹਦੇ ਖਿਲਾਫ ਪਰਚਾ ਦਰਜ ਹੈ ਔਰ ਉਸ ਦਾ ਜਿਹੜਾ ਪਤੀ ਹੈ ਗੁਲਾਬੀ, ਉਸਦੇ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ। ਇਹ ਲਾਦੂਕਾ ਮੰਡੀ ਦਾ ਮਾਮਲਾ ਹੈ। 1993 ਦੇ ਵਿੱਚ ਕੋਈ ਡਿਸਪੈਂਸਰੀ ਬਣੀ ਸੀ ਔਰ 2021 ਦੇ ਵਿੱਚ ਜਿਹੜਾ ਇਹਨੂੰ ਨਿਯਮਾਂ ਦੇ ਉਲਟ ਜਿਹੜਾ ਜਾ ਕੇ ਇਹਨੂੰ ਢਾਹ ਕੇ ਤੇ ਸਮਾਨ ਵੇਚਿਆ। ਜਿਹੜਾ ਸਮਾਨ ਵਿਕਿਆ ਜੀ ਉਹਦੇ ਲਈ ਕੋਈ ਕਬਾੜੀ ਨੂੰ ਵੀ ਸ਼ਾਮਲ ਕੀਤਾ ਗਿਆ ਜਾਂ ਕਿਸੇ? ਹਾਂਜੀ, ਉਹਦੇ ਵਿੱਚ ਨਾਮਜ਼ਦ ਕੀਤਾ ਗਿਆ ਔਰ ਜਲਦੀ ਹੀ ਉਹਨੂੰ ਗ੍ਰਿਫਤਾਰ ਕਰਕੇ ਤੇ ਕਾਰਵਾਈ ਕੀਤੀ। ਬਰਾਮਦਗੀ ਹੋਈ ਹੈ ਕਿਸੇ ਸਮਾਨ ਦੀ? ਹਾਲ ਦੀ ਘੜੀ ਕੋਈ ਨਹੀਂ, ਅਸੀਂ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਤੇ ਇਹਨਾਂ ਨੂੰ ਜਿਹੜਾ ਸਮਾਨ ਬਰਾਮਦ ਕਰਾਂਗੇ, ਅੱਜ ਅਦਾਲਤ 'ਚ ਪੇਸ਼ ਕਰਾਂਗੇ ਜੀ। ਗੋਇੰਦਵਾਲ ਜੇਲ੍ਹ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਜੇਲ੍ਹ ਸੁਰੱਖਿਆ ਨੂੰ ਲੈ ਕੇ ਸਖਤ ਨਜ਼ਰ ਆ ਰਿਹਾ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ 50 ਤੋਂ ਉੱਪਰ ਹਾਰਡਕੋਰ ਗੈਂਗਸਟਰ ਬੰਦ ਹੋਣ ਕਾਰਨ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਬਠਿੰਡਾ ਕੇਂਦਰੀ ਜੇਲ੍ਹ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਬਲਾਂ ਦੇ ਹੱਥ ਵਿੱਚ ਹੈ। ਇਸ ਦੇ ਨਾਲ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਜੈਮਰ ਲੱਗੇ ਹੋਏ ਹਨ ਤਾਂ ਜੋ ਜੇਲ੍ਹ ਵਿੱਚ ਬੰਦ ਕੈਦੀ ਜਾਂ ਹਵਾਲਾਤੀ ਕਿਸੇ ਤਰ੍ਹਾਂ ਦੇ ਮੋਬਾਈਲ ਦੀ ਵਰਤੋਂ ਨਾ ਕਰ ਸਕਣ। ਪਰ ਇਸ ਦੇ ਨਾਲ ਹੀ ਹੁਣ ਬਠਿੰਡਾ ਸਿਵਲ ਪ੍ਰਸ਼ਾਸਨ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ है। पहले से ही जो जेल एरिया है, जो HMEL की रिफाइनरी है, NFL का प्लांट है और कंटोनमेंट के एरियाज़ है, ये पहले से ही हमने 144 के ऑर्डर के अंडर जो है नो फ्लाई जोन, नो ड्रोन फ्लाइंग वगैरह वो सारा कुछ बंद किया हुआ है। और ये ऑर्डर्स हर 60 दिनों बाद जो है वो हम दोबारा से इशू करते हैं, क्योंकि CRPC के अंडर गाइडलाइंस यही है कि मैक्सिमम ऑर्डर 60 दिन का हो सकता है। तो रेपिटेटिव मोड पे रूटीन में ये ऑर्डर्स जो है वो रहते ही रहते हैं। इसके अलावा हमने वहाँ पे अभी एक और फ्रेश ऑर्डर भी उसमें किया हुआ है कि जो भी चीज़ें नॉर्मली जेल के अंदर अलाउड नहीं है
उन पे भी पाबंदी 144 के अंडर भी एक और सेपरेट ऑर्डर किया हुआ है कि आप वो चीज़ें जो लीगली वहाँ पे परमिसिबल नहीं है वो भी नहीं रख सकते। जैसे कोई चाकू या इस तरीके की चीज़ें, या फिर आप वहाँ पे कोई व्यक्ति जाता है मिलने के लिए तो वो ऐसा कोई आइटम ना ले जाएं जिसके कि मिसयूज हो सकता है, वो सारी चीज़ें उसमें इंक्लूडेड है। तो और ऑलरेडी ऑर्डर्स पास किए गए। सर, इसके अलावा कोई प्रशासन द्वारा आपसे और अपील की गई होती है प्रशासन द्वारा? इसके अलावा हमारे पास इस तरीके की कोई भी रिक्वेस्ट नहीं आती। रूटीन में बाकी जो रिक्वायरमेंट्स उनकी होती है, चाहे वो मेडिकल हेल्प की हो या फिर वहाँ पे डॉक्टर भेजने की हो, एम्बुलेंस की हो, सीवरेज की क्लीनिंग की हो, तो वो रूटीन के मैटर्स हमारे पास आते रहते हैं और उसमें साथ साथ में कार्रवाई होती रहती है। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਸੂਬੇ ਵਿੱਚ ਅਫੀਮ ਦੀ ਖੇਤੀ ਦੀ ਵਕਾਲਤ ਕੀਤੀ ਹੈ। ਪੇਸ਼ੇ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਇਹ ਮੰਗ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਫੀਮ ਦੀ ਖੇਤੀ ਲਈ ਕੇਂਦਰ ਨੂੰ ਕੀਤੀ ਅਪੀਲ ਤੋਂ ਬਾਅਦ ਰੱਖੀ ਹੈ। ਇਹ ਦੂਜੀ ਵਾਰ ਹੈ ਜਦੋਂ ਡਾਕਟਰ ਨਵਜੋਤ ਕੌਰ ਨੇ ਅਫੀਮ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਮੋਦੀ ਕਰਨਾਟਕ ਦੇ ਹੁਬਲੀ ਦਾਰਗੜ ਦਾ ਦੌਰਾ ਕਰਨ ਅਤੇ 12 ਮਾਰਚ ਨੂੰ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਤਿਆਰ ਹਨ। ਚੋਣਾਂ ਵਾਲੇ ਰਾਜ ਵਿੱਚ ਉਹ ਦੁਨੀਆ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਸਰਕਾਰ ਨੂੰ ਹਾਲ ਹੀ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਮਾਨਤਾ ਦਿੱਤੀ ਹੈ। 1507 ਮੀਟਰ ਲੰਬਾ ਪਲੇਟਫਾਰਮ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਦੁਨੀਆ ਦਾ ਸਭ ਤੋਂ ਲੰਬਾ ਪਲੇਟਫਾਰਮ ਸ਼੍ਰੀ ਸਿਧਾਰੂਦਾ ਸਵਾਮੀਜੀ ਹੁਬਲੀ ਸਟੇਸ਼ਨ ਤੇ ਬਣਾਇਆ ਗਿਆ ਹੈ। ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਲਾਲੂ ਪਰਿਵਾਰ ਖਿਲਾਫ ईडी सीबीआई ਦੀ ਕਾਰਵਾਈ ਨੂੰ ਲੈ ਕੇ सीएम ਨੀਤੀਸ਼ ਕੁਮਾਰ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। सीएम ਨੀਤੀਸ਼ ਕੁਮਾਰ ਨੇ ਲਾਲੂ ਪਰਿਵਾਰ ਅਤੇ ਉਹਨਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਬਾਰੇ ਕਿਹਾ ਹੈ ਕਿ ਅਜਿਹਾ 2017 ਵਿੱਚ ਵੀ ਹੋਇਆ ਸੀ, ਜਿਸ ਤੋਂ ਬਾਅਦ जेडीयू ਅਤੇ आरजेडी ਦੇ रस्ते वक् हो गए सन। हम आपको बता दिए 17 में हुआ था, फिर क्या हुआ? अब 5 साल के बाद फिर हो रहा है और सब कुछ हो गया था, क्या हुआ? काहे नहीं उस समय हुआ था? केसीआर की बेटी कविता को हम क्या बोले, एक आदमी का नाम ले लेंगे तो बिना मतलब बेचारे फिर कई चीज बोलते रहेंगे। अब हम हमारे लिए उचित नहीं है हम उनका नाम ले लें कि उन्हीं से जरा पूछिए कि क्या बात हुई थी, लेकिन हम नाम ले लेंगे बेचारे का तो ऐसे ही पीछे किए हुए रोज बोलना पड़ता है ना, उन लोगों को रोज बोलना पड़ता है। तब भी तो आपसे जानना चाहते हैं कि आप खामोश क्यों हैं इस पर? किस पर? सुशील मोदी जानना चाहते हैं आपसे कि आप चुप क्यों हैं इस पे? कौन सी पर? सुशील मोदी क्या चीज करते हैं इसको छोड़िए ना, सुशील मोदी नहीं बोलेंगे बेचारे रोज, उनको तो रोज बोलना ही ना है। हम क्या चाहते थे बोलिए, तब हम क्या बोले? एक बार तो बोल चुके हैं ना सब जी, तो वो नहीं बोलेंगे रोज रोज तो कैसे होगा? बोले रोज बोलते रहे, जितना और बोलना है मेरे खिलाफ भी खूब बोलते रहे, आपको कोई मतलब नहीं। हम क्या मनीष सिसोदिया, कविता, इन सब पर भी कार्रवाई कर रही है सर, तमाम विपक्षी पार्टियां जितने हैं उन पर कार्रवाई ईडी कर रही है लगातार। तो हो जाए वो लोग तो बता ही देंगे आपको क्या होगा, वो तो जिन पर होता है कोई लोग सब लोग बता देते हैं। ठीक, गठबंधन बदलने की बात भी चल रही है सर। कहाँ गठबंधन बदल? नहीं ना सर। ਇਸੇ ਅਜਿਹੀਆਂ ਤਾਜ਼ਾ ਖਬਰਾਂ ਕੱਲ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਇਸੇ ਸਮੇਂ। ਕੱਲ ਦੀਆਂ ਤਾਜ਼ਾ ਖਬਰਾਂ ਦੇ ਨਾਲ ਤੇ ਹੁਣ ਲਈ ਦੋ ਸਾਨੂੰ ਇਜਾਜ਼ਤ, ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।